ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਅਤੇ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਮਿੰਟਨ ਸਟੂਡੀਓ ਤੋਂ ਸਵਾਗਤ ਹੈ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਮਨਜੀਤ ਸਿੰਘ ਫੇਰੂਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡੀਅਨ ਇਮੀਗ੍ਰੇਸ਼ਨ ਇੱਕ ਅਜਿਹਾ ਵਿਸ਼ਾ ਹੈ ਜਿਸ ਉੱਪਰ ਸਮੇਂ-ਸਮੇਂ 'ਤੇ ਸਰਕਾਰ ਵੱਲੋਂ, ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਜਾਂ IRCC ਵੱਲੋਂ ਕਈ ਨਵੀਆਂ ਅਪਡੇਟਸ ਆਉਂਦੀਆਂ ਰਹਿੰਦੀਆਂ ਹਨ, ਕਈ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਸਟੂਡੀਓ ਵਿੱਚ ਇਮੀਗ੍ਰੇਸ਼ਨ ਐਕਸਪਰਟਸ ਨੂੰ ਬੁਲਾ ਕੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚ ਕਰਦੇ ਰਹੀਏ। ਸੋ ਅੱਜ ਸਾਡੇ ਸਟੂਡੀਓ ਵਿੱਚ ਕੈਰੀਅਰ ਪਲੱਸ ਇਮੀਗ੍ਰੇਸ਼ਨ, ਜੋ ਕਿ ਐਡਮਿੰਟਨ ਸ਼ਹਿਰ ਦੀ ਇੱਕ ਨਾਮਵਰ ਇਮੀਗ੍ਰੇਸ਼ਨ ਕੰਪਨੀ ਹੈ, ਦੇ ਡਾਇਰੈਕਟਰ ਸਰਦਾਰ ਕਮਲਜੀਤ ਸਿੰਘ ਸਾਡੇ ਦਰਮਿਆਨ ਪਹੁੰਚੇ ਹਨ। ਆਓ ਜੀ, ਇਹਨਾਂ ਦਾ ਪਹਿਲਾਂ ਸਵਾਗਤ ਕਰੀਏ ਔਰ ਫਿਰ ਇਹਨਾਂ ਨਾਲ ਇਮੀਗ੍ਰੇਸ਼ਨ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਉੱਪਰ ਗੱਲਬਾਤ ਵੀ ਕਰਾਂਗੇ। ਆਪ ਜੀ ਦਾ ਭਾਜੀ ਬਹੁਤ-ਬਹੁਤ ਸਵਾਗਤ ਹੈ ਜੀ ਸਟੂਡੀਓ ਵਿੱਚ। ਸਤਿ ਸ੍ਰੀ ਅਕਾਲ ਮਨਜੀਤ ਜੀ, ਤੇ ਪੰਜਾਬੀ ਨੈਸ਼ਨਲ ਦੇ ਸਾਰੇ ਸਰੋਤਿਆਂ ਦਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਤੇ ਜੀ। ਭਾਜੀ, ਜਿਵੇਂ ਕਿ ਅਸੀਂ ਜ਼ਿਕਰ ਕਰ ਰਹੇ ਸੀ ਹੁਣੇ ਕਿ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੀ ਹੈ ਉਹ ਸਮੇਂ-ਸਮੇਂ 'ਤੇ ਕਾਫੀ ਤਬਦੀਲੀਆਂ ਕਰਦੀ ਹੈ। ਹਾਂਜੀ, ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹਾਲ ਹੀ ਵਿੱਚ ਕਿਹੜੀਆਂ-ਕਿਹੜੀਆਂ ਨਵੀਆਂ ਅਪਡੇਟਸ ਜਿਹੜੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਆਈਆਂ ਨੇ, ਔਰ ਖਾਸ ਕਰਕੇ ਜਿਹੜੀਆਂ ਅੱਜ ਕੱਲ੍ਹ ਕਾਫੀ ਹਾਈਲਾਈਟਡ ਨੇ। ਵਾਹ ਜੀ ਵਾਹ, ਬਹੁਤ ਵਧੀਆ ਸਵਾਲ ਆ ਮਨਜੀਤ ਜੀ, ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਇਸ ਵੇਲੇ ਹੌਟ ਟੌਪਿਕਸ ਨੇ, ਜਿਹਦੇ ਵਿੱਚ ਇੱਕ ਹੈਗਾ ਕਿ ਵੀ ਰੀਯੂਨੀਫਿਕੇਸ਼ਨ, ਇੱਕ ਫੈਮਿਲੀ ਨੂੰ ਰੀਯੂਨੀਫਾਈ ਕਰਨਾ, ਸਾਰਿਆਂ ਨੇ ਕੈਨੇਡੀਅਨਸ ਦੀਆਂ ਫੈਮਿਲੀਜ਼ ਨੇ ਇਕੱਠੇ ਹੋਣਾ, ਉਹਦੇ ਤੇ ਕਾਫੀ ਅਨਾਊਂਸਮੈਂਟ ਹੋਈਆਂ ਨੇ ਪਿਛਲੇ 3 ਵੀਕ ਦੇ ਵਿੱਚ। ਸੋ ਜਿਵੇਂ ਕਿ ਸਪਾਊਜ਼ਲ ਦੀਆਂ ਕੁਝ ਐਪਲੀਕੇਸ਼ਨ ਸੀਗੀਆਂ ਜਿਨ੍ਹਾਂ ਦਾ ਪ੍ਰੋਸੈਸਿੰਗ ਕਾਫੀ ਲਟਕੀ ਹੋਈ ਸੀ ਕੋਵਿਡ ਕਰਕੇ, ਉਹ ਐਕਸਪੀਡਾਈਟ ਕੀਤੀਆਂ ਨੇ ਇਹਨਾਂ ਨੇ। ਉਸ ਤੋਂ ਇਲਾਵਾ ਜਿਹੜੇ ਕੋਈ ਕੈਨੇਡੀਅਨਸ ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਇਮੀਡੀਏਟ ਰਿਲੇਟਿਵਸ ਨੇ, ਜੋ ਕਿ ਇੰਡੀਆ ਦੇ ਵਿੱਚ ਹਨ, ਉਹ ਆ ਨਹੀਂ ਸਕਦੇ ਜਾਂ ਉਹਨਾਂ ਦੇ ਕੋਈ ਹਿਊਮੈਨਿਟੇਰੀਅਨ ਗਰਾਊਂਡਸ ਹਨ, ਸੋ ਉਹਨਾਂ ਵਾਸਤੇ ਵੀ ਇੱਕ ਅਨਾਊਂਸਮੈਂਟ ਆਈ ਹੈ ਕਿ ਉਹ ਕੈਨੇਡਾ ਵਿਜ਼ਿਟ ਕਰ ਸਕਦੇ ਹਨ। ਤੇ ਇੱਕ ਜਿਹੜਾ ਮੋਸਟ ਜਿਹੜਾ ਡਿਮਾਂਡਡ ਐਂਡ ਪਾਪੂਲਰ ਪ੍ਰੋਗਰਾਮ ਆ ਕੈਨੇਡੀਅਨਸ ਦਾ, ਕਿ ਉਹ ਚਾਹੁੰਦੇ ਨੇ ਕਿ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਜਿਹੜੇ ਸਾਡੇ ਨਾਲ ਇੱਥੇ ਕੈਨੇਡਾ ਦੇ ਵਿੱਚ ਆ ਕੇ ਇੱਥੋਂ ਦੀ ਜਿਹੜੀ ਆ ਜਿਹੜੇ ਇੱਥੋਂ ਦੇ ਰੂਲਸ ਨੇ ਜਾਂ ਇੱਥੋਂ ਦੀ ਜਿਹੜੀ ਲਾਈਫ ਆ ਉਹਦਾ ਆਨੰਦ ਮਾਣਨ। ਸੋ ਉਹਦੀ ਅਨਾਊਂਸਮੈਂਟ ਇੱਕ ਹੋਈ ਆ, ਤੇ ਉਹ ਹਾਲ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ। ਸੋ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ, ਉਹ ਇੱਕ ਜਿਹੜੀ ਰੀਸੈਂਟ ਅਨਾਊਂਸਮੈਂਟ ਹੈ ਜੀ। ਬਿਲਕੁਲ ਜੀ, ਜਿੰਨੇ ਵੀ ਤੁਸੀਂ ਮੁੱਦੇ ਹੁਣੇ ਡਿਸਕਸ ਕਰ ਰਹੇ ਸੀਗੇ, ਕਾਫੀ ਅਹਿਮ ਮੁੱਦੇ ਨੇ ਔਰ ਸਾਰਿਆਂ ਬਾਰੇ ਅਸੀਂ ਵਿਚਾਰ ਸਹਿਤ ਚਰਚਾ ਵੀ ਕਰਾਂਗੇ। ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਵੀ ਕੋਵਿਡ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਾਫੀ ਪ੍ਰਭਾਵਿਤ ਕੀਤਾ। ਇਹਨਾਂ ਦਾ ਤਕਰੀਬਨ ਹਰੇਕ ਤਰ੍ਹਾਂ ਦੇ ਕੇਸਿਸ ਜਿਹੜੇ ਸੀਗੇ ਉਹ ਕਾਫੀ ਡਿਲੇ ਹੋਏ। ਹਾਂਜੀ, ਕਈ ਤਾਂ ਇਹੋ ਜਿਹੇ ਵੀ ਸੀਗੀਆਂ ਐਪਲੀਕੇਸ਼ਨ ਜਿਹੜੀਆਂ ਸਸਪੈਂਡ ਹੀ ਕਰ ਦਿੱਤੀਆਂ ਗਈਆਂ ਸੀ। ਹਾਂਜੀ, ਔਰ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਜਿਹੜੀ ਐਪਲੀਕੇਸ਼ਨ 2020 ਦੀਆਂ ਸ਼ੁਰੂ ਹੋ ਚੁੱਕੀਆਂ ਨੇ, ਅਕਤੂਬਰ 13 ਤੋਂ, ਰਾਈਟ। ਤੋ ਇਹ ਜਿਹੜੀਆਂ ਐਪਲੀਕੇਸ਼ਨ ਸ਼ੁਰੂ ਹੋ ਚੁੱਕੀਆਂ ਨੇ, ਜਦੋਂ ਸਾਡੇ ਦਰਸ਼ਕ ਜਿਨ੍ਹਾਂ ਨੇ ਭਰ ਲਈਆਂ ਉਹ ਤਾਂ ਚਲੋ ਵੱਖਰੀ ਗੱਲ ਆ, ਜਿਹੜੇ ਅਜੇ ਭਰਨਾ ਚਾਹੁੰਦੇ ਨੇ, ਤਿਆਰੀ ਕਰਕੇ ਬੈਠੇ ਨੇ, ਉਹਨਾਂ ਵਾਸਤੇ ਕੀ ਟਿਪਸ ਨੇ, ਕੀ ਹਦਾਇਤਾਂ ਨੇ ਕਿ ਉਹ ਜਿਹੜੀ ਐਪਲੀਕੇਸ਼ਨ ਕਿਸੇ ਤਰੀਕੇ ਨਾਲ ਗਲਤ ਨਾ ਹੋ ਜਾਵੇ? ਸਭ ਤੋਂ ਪਹਿਲਾਂ ਮਨਜੀਤ ਜੀ, ਇਹ ਜਿਹੜਾ ਪ੍ਰੋਗਰਾਮ ਹੈ ਇਸ ਵਾਰੀ, ਕਿਉਂਕਿ ਪਿਛਲੀ ਵਾਰ ਜਿਹੜਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ 2019 ਦੇ ਵਿੱਚ ਇਨਟੇਕ ਸੀਗਾ, ਉਤੋਂ ਸਾਰੇ ਕੈਨੇਡੀਅਨਸ ਬੜੇ ਨਾਖੁਸ਼ ਸੀਗੇ। ਠੀਕ ਹੈ ਜੀ, ਕਿਉਂਕਿ ਉਹ ਜਿਹੜਾ ਲਾਸਟ ਟਾਈਮ ਫਸਟ ਸਰਵ ਵਾਲਾ ਸੀਗਾ, ਕਿ ਜਿਹੜਾ ਪਹਿਲਾਂ ਇਨ ਹੋ ਜਾਊਗਾ ਉਹੀ ਉਹ ਸਪੋਂਸਰ ਕਰ ਸਕਦਾ, ਜਿਹਦੇ ਵਿੱਚ ਕਾਫੀ ਜ਼ਿਆਦਾ ਤਰੁੱਟੀਆਂ ਦੇਖਣ ਨੂੰ ਮਿਲੀਆਂ, ਕਿ ਉਹਨੂੰ ਕਹਿ ਸਕਦੇ ਕਿ ਉਹ ਪ੍ਰੋਗਰਾਮ ਫੇਲ ਵੀ ਹੋ ਗਿਆ, ਕਿਉਂਕਿ ਉਹ ਕੁਝ ਮਿੰਟਾਂ ਦੇ ਵਿੱਚ ਹੀ ਕਲੋਜ਼ ਹੋ ਗਿਆ। ਬਹੁਤ ਸਾਰੇ ਲੋਕ ਕੁਝ ਆਪਣੇ ਆਪ ਨੂੰ ਇਨਟੇਕ ਨਹੀਂ ਕਰ ਪਾਏ, ਕਾਫੀ ਲੋਕ ਠੱਗਿਆ ਮਹਿਸੂਸ ਕਰਦੇ ਸੀ ਇਸ ਕਰਕੇ। ਹਾਂਜੀ, ਸੋ ਕਹਿ ਸਕਦੇ ਆ ਕਿ ਵੀ ਪਤਾ ਨਹੀਂ ਅੰਦਰੋਂ ਅੰਦਰ ਕੀ। ਬਿਲਕੁਲ ਵੀ ਚੰਦ ਕਿ ਮਿੰਟ ਵੈਬਸਾਈਟ ਖੁੱਲੀਆਂ, ਦੈਨ ਆਲ ਡਨ। ਸੋ ਇਸ ਵਾਰੀ ਜੋ IRCC ਨੇ ਇਹਨੂੰ ਬੜਾ ਟਰਾਂਸਪੇਰੈਂਟ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਆ, ਕਿ ਵੀ ਇੱਕ ਟਾਈਮ ਡਿਊਰੇਸ਼ਨ ਦੇ ਦਿੱਤਾ 3 ਵੀਕ ਦਾ, ਕਿ 3 ਵੀਕ ਦੇ ਵਿੱਚ ਤੁਹਾਡੇ ਕੋਲ ਸਮਾਂ ਆ, ਤੁਸੀਂ ਆਪਣਾ ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਆ, ਅਗਰ ਤੁਸੀਂ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਐਲੀਜੀਬਲ ਸਪੋਂਸਰ ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਉਹ ਇਹਦੇ 'ਚ ਇਨਫੋਰਮੇਸ਼ਨ ਪਾ ਸਕਦੇ ਨੇ। ਸੋ 3 ਵੀਕ ਇੱਕ ਸਫੀਸ਼ੀਐਂਟ ਟਾਈਮ ਆ। ਉਸ ਤੋਂ ਬਾਅਦ ਰੈਂਡਮਲੀ ਇੱਕ ਲੋਟਰੀ ਦੇ ਤੌਰ ਤੇ ਉਹਨਾਂ ਨੂੰ ਇਨਵੀਟੇਸ਼ਨ ਜਾਊਗਾ, ਜਿਹੜੇ ਸਿਲੈਕਟ ਹੋਣਗੇ। ਸੋ ਆਪਣੀਆਂ ਐਪਲੀਕੇਸ਼ਨਾਂ ਕੰਪਲੀਟ ਕਰਕੇ 60 ਦਿਨਾਂ 'ਚ ਭੇਜ ਸਕਦੇ ਹਨ।
ਸੋ ਇੱਕ ਜਿਹੜਾ ਪਿਛਲੀ ਵਾਰ ਵਾਲਾ ਜਿਹੜਾ ਇੱਕ ਸਮੇਂ ਵਾਲੀ ਗੱਲ ਸੀਗੀ ਉਹਨੂੰ ਸੋਧ ਕੇ ਇਹਨਾਂ ਨੇ ਇਸ ਤਰ੍ਹਾਂ ਕੀਤਾ। ਇਹ ਪ੍ਰੋਗਰਾਮ ਪਹਿਲਾਂ ਵੀ ਸੀਗਾ 2017 ਤੇ 18 ਦੇ ਵਿੱਚ ਸੇਮ ਪ੍ਰੋਗਰਾਮ ਸੀਗਾ, ਪਰ ਇਹ ਕਾਫੀ ਤਬਦੀਲੀ। ਸੋ ਹੁਣ ਇਹਦੇ ਵਿੱਚ ਇਹ ਪ੍ਰੋਗਰਾਮ ਓਪਨ ਆ। ਸੋ ਇਹ ਜਿਹੜਾ ਆ 3 ਨਵੰਬਰ ਤੱਕ ਨੂਨ ਤੱਕ ਇਹ ਓਪਨ ਰਹਿਣਾ। ਠੀਕ ਹੈ ਜੀ। ਜਿੰਨੇ ਵੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟਸ ਨੇ, ਕੈਨੇਡੀਅਨ ਸਿਟੀਜ਼ਨਸ ਨੇ, ਜਿਨ੍ਹਾਂ ਦੀ ਇਨਕਮ ਰਿਕੁਆਇਰਮੈਂਟ ਮੀਟ ਕਰਦੇ ਨੇ, ਸੋ ਉਹ ਇਹਦੇ ਵਿੱਚ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਸਕਦੇ ਨੇ ਜੀ। ਇਹ ਤਾਂ ਗੱਲ ਹੋ ਗਈ ਜੀ ਵੀ ਤੁਸੀਂ ਐਪਲੀਕੇਸ਼ਨ ਭਰ ਸਕਦੇ ਜੀ, ਪਰ ਮੇਰਾ ਸਵਾਲ ਇਹ ਹੈ ਵੀ ਜਿਹੜੀ ਐਪਲੀਕੇਸ਼ਨ ਭਰਨੀ ਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਦੇਣ ਯੋਗ ਨੇ ਤਾਂ ਕਿ ਉਹਨਾਂ ਦੀ ਐਪਲੀਕੇਸ਼ਨ ਸਹੀ ਤਰੀਕੇ ਨਾਲ ਭਰੀ ਜਾ ਸਕੇ ਔਰ ਕਿਸੇ ਤਰ੍ਹਾਂ ਦੀ ਬਾਅਦ ਵਿੱਚ ਪਛਤਾਵੇ ਵਾਲੀ ਗੱਲ ਨਾ ਰਹੇ। ਹਾਂਜੀ, ਸੋ ਜਿਵੇਂ ਮੈਂ ਜਦੋਂ ਵੀ ਗੱਲ ਕਰ ਰਿਹਾ ਇੱਕ ਵਰਡ ਯੂਜ਼ ਕਰ ਰਿਹਾ ਕਿ ਐਲੀਜੀਬਲ ਸਪਾਂਸਰ। ਬਿਲਕੁਲ। ਸੋ ਐਲੀਜੀਬਲ ਸਪਾਂਸਰ ਤੋਂ ਭਾਵ ਕਿ ਵੀ ਜਿਨ੍ਹਾਂ ਦੀ ਇਨਕਮ ਜਿਹੜੀ ਆ ਉਹ ਮੀਟ ਕਰਦੀ ਆ। ਸੋ ਜਿਵੇਂ ਸਪਾਂਸਰ ਦੀਆਂ ਕੁਝ ਐਲੀਜੀਬਿਲਿਟੀਆਂ ਨੇ ਕਿ ਸਪਾਂਸਰ ਕੈਨੇਡੀਅਨ ਜਾਂ ਪਰਮਾਨੈਂਟ ਰੈਜ਼ੀਡੈਂਟ ਜਾਂ ਕੈਨੇਡੀਅਨ ਸਿਟੀਜ਼ਨ ਹੋਣਾ ਚਾਹੀਦਾ ਆ। ਬਿਲਕੁਲ। ਉਹਦੀ 18 ਸਾਲ ਤੋਂ ਉੱਪਰ ਉਮਰ ਹੋਣੀ ਚਾਹੀਦੀ ਆ। ਉਹਦੀ ਇੱਕ ਸਪੈਸੀਫਿਕ ਇਨਕਮ ਹੋਣੀ ਚਾਹੀਦੀ ਆ ਫੈਮਿਲੀ ਸਾਈਜ਼ ਦੇ ਹਿਸਾਬ ਨਾਲ, ਉਹਦਾ ਕਿੰਨਾ ਫੈਮਿਲੀ ਸਾਈਜ਼ ਆ। ਪਲੱਸ ਉਹਦੀਆਂ ਜਿਹੜੀਆਂ ਹੋਰ ਜਿਵੇਂ ਉਹਦੇ 'ਤੇ ਕੋਈ ਸਪਾਂਸਰਸ਼ਿਪ ਬਾਰ ਨਹੀਂ ਹੋਣੀ ਚਾਹੀਦੀ ਜਾਂ ਉਹਦੇ ਕੋਈ ਬੈਂਕ ਰਪਸੀ ਜਾਂ ਇੱਦਾਂ ਦੀ ਕੁਛ ਕੰਡੀਸ਼ਨਾਂ ਹੋਰ ਵੀ ਹੈਗੀਆਂ ਨੇ, ਰੈਕਟਸ ਨੇ, ਉਹ ਨਹੀਂ ਹੋਣੇ ਚਾਹੀਦੇ। ਸੋ ਉਹ ਬੰਦੇ ਐਲੀਜੀਬਲ ਹੋਣਗੇ ਆਪਣੇ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਨੂੰ ਸਪਾਂਸਰ ਕਰਨ ਵਾਸਤੇ। ਸੋ ਜਿਹੜਾ ਇਹਦੇ 'ਚ ਨੈਕਸਟ ਜਿਹੜਾ ਧਿਆਨ ਰੱਖਣ ਜੋ ਗੱਲ ਹੈਗੀ ਹੈ ਕਿ ਵੀ ਇਹ ਫੈਮਿਲੀ ਸਾਈਜ਼ ਦੇ ਉੱਤੇ ਡਿਪੈਂਡ ਕਰਦਾ ਕਿ ਵੀ ਤੁਹਾਡੀ ਫੈਮਿਲੀ ਸਾਈਜ਼ ਕਿੰਨਾ ਆ। ਸੋ ਉਹ ਫੈਮਿਲੀ ਸਾਈਜ਼ ਦੇ ਵਿੱਚ ਕਈ ਸਾਨੂੰ ਕੁਐਸਚਨ ਇੱਦਾਂ ਦੇ ਆਉਂਦੇ ਨੇ ਜੀ ਅਸੀਂ ਇੱਥੇ 4 ਮੈਂਬਰ ਆ ਤੇ ਸਾਡੀ ਇੰਨੀ ਇਨਕਮ ਆ ਤੇ ਉਹ ਬਹੁਤ ਆ। ਸੋ ਇਹ ਦੇਖਣ ਦੀ ਜੋ ਗੱਲ ਆ ਕਿ ਵੀ ਜੇ 4 ਮੈਂਬਰ ਇੱਥੇ ਕੈਨੇਡਾ ਦੇ ਵਿੱਚ ਹਨ ਤੇ ਜਿਹੜੇ ਉਹਨਾਂ ਦੇ ਮੈਂਬਰ ਜਿਨ੍ਹਾਂ ਨੂੰ ਉਹ ਸਪਾਂਸਰ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਨੂੰ ਕਰਨਾ ਚਾਹੁੰਦੇ ਹਨ, ਉੱਥੇ ਜਿਹੜੇ ਐਲੀਜੀਬਲ ਐਪਲੀਕੈਂਟ ਹਨ ਉਹਨਾਂ ਸਾਰਿਆਂ ਨੂੰ ਮਿਲਾ ਕੇ ਜੋੜ ਕੇ ਜਿੰਨੇ ਮੈਂਬਰ ਬਣੇ ਉਹਦੇ ਹਿਸਾਬ ਨਾਲ ਜਿਹੜੀ ਆ ਉਹ ਇਨਕਮ ਕੈਲਕੂਲੇਟ ਹੋਊਗੀ। ਠੀਕ ਹੈ ਜੀ। ਫੋਰ ਐਗਜ਼ਾਮਪਲ ਤੁਸੀਂ ਇੱਕ ਜਣੇ ਨੂੰ ਇਨਵਾਈਟ ਕਰ ਰਹੇ ਜੇ ਔਰ ਤੁਸੀਂ ਖੁਦ 4 ਮੈਂਬਰ ਜੇ ਤੇ 5 ਦੀ ਇਨਕਮ ਕੰਸੀਡਰ ਹੋਊਗੀ। ਹਾਂਜੀ। ਸੋ ਜੇ ਲੈਟਸ ਸਪੋਜ਼ ਇੱਥੇ ਜਿਹੜੇ ਹਸਬੈਂਡ ਵਾਈਫ ਨੇ ਤੇ 2 ਬੱਚੇ ਨੇ ਐਂਡ ਉਹ ਆਪਣੇ ਦੋਵਾਂ ਪੇਰੈਂਟਸ ਨੂੰ ਇਨਵਾਈਟ ਕਰਨਾ ਚਾਹੁੰਦੇ ਨੇ, ਸੋ ਇਹ 6 ਹੋ ਗਿਆ। ਆਲ ਟੂਗੇਦਰ। ਸੋ ਕਿਸੇ ਵੇਲੇ ਇਸ ਤਰ੍ਹਾਂ ਦੀ ਵੀ ਸਿਚੁਏਸ਼ਨ ਆਉਂਦੀ ਆ ਕਿ ਉਹ ਕਹਿੰਦੇ ਨੇ ਕਿ ਵੀ ਜੀ ਸਾਡੀ ਇਨਕਮ ਜਿਹੜੀ ਆ ਉਹ 5 ਜਣਿਆਂ ਲਈ ਮੀਟ ਕਰਦੀ ਆ, ਬਟ ਸਾਡੇ ਮੇਰੇ ਪੇਰੈਂਟਸ ਦੋਵੇਂ ਉੱਥੇ ਨੇ, ਰਾਈਟ। ਸੋ ਇਹ 'ਚ ਧਿਆਨ ਦੇਣ ਜੋ ਗੱਲ ਜਿਹੜੀ ਆ ਕਿ ਵੀ ਜਦੋਂ ਚਾਹੇ ਉਹ ਇਨਕਮ ਉਹਨਾਂ ਨੂੰ ਸੱਦਣਾ ਚਾਹੁੰਦੇ ਨੇ ਆਪਣੇ ਦੂਜੇ ਪੇਰੈਂਟਸ ਨੂੰ ਜਾਂ ਉਹਨਾਂ ਦੇ ਡਿਪੈਂਡੈਂਟ ਚਿਲਡਰਨ ਨੂੰ, ਚਾਹੇ ਉਹ ਨਹੀਂ ਸੱਦਣਾ ਚਾਹੁੰਦੇ, ਸਪਾਂਸਰ ਕਰਨਾ ਚਾਹੁੰਦੇ, ਪਰ ਅਗਰ ਉਹਨਾਂ ਦੇ ਪੇਰੈਂਟਸ ਦੋਵੇਂ ਹੈਗੇ ਨੇ ਜਾਂ ਉਹਨਾਂ ਦਾ ਕੋਈ ਐਲੀਜੀਬਲ ਡਿਪੈਂਡੈਂਟ ਵੀ ਹੈਗਾ ਆ, ਰਾਈਟ, ਉਹਨਾਂ ਨੂੰ ਇਨਕਮ ਉਹਦੇ ਹਿਸਾਬ ਨਾਲ ਹੀ ਕੈਲਕੂਲੇਟ ਕਰਨੀ ਪਊਗੀ। ਜਿਵੇਂ ਤੁਸੀਂ ਹੁਣੇ ਐਗਜ਼ਾਮਪਲ ਦੱਸੀ ਆ ਕਿ ਵੀ ਹਸਬੈਂਡ ਵਾਈਫ 2 ਬੱਚੇ 4 ਜਣੇ, ਇੱਕ ਮਦਰ ਨੂੰ ਉੱਥੋਂ ਲੈਸ ਸਪੋਜ਼ ਉਹ ਕਰਨਾ ਚਾਹੁੰਦੇ ਨੇ ਬਟ ਉਹਨਾਂ ਦੇ ਫਾਦਰ ਵੀ ਅਲਾਈਵ ਆ। ਸੋ ਇੱਦਾਂ ਨਹੀਂ ਕਰ ਸਕਦੇ ਕਿ ਫਾਦਰ ਨੂੰ ਛੱਡ ਕੇ ਔਰ 5 ਦੀ ਇਨਕਮ ਕੈਲਕੂਲੇਟ ਕਰਕੇ ਤੇ ਆਪਣੀ ਫਾਈਲ ਸਬਮਿਟ ਕਰ ਦੇਣ। ਅਗਰ ਉਹ ਇੱਦਾਂ ਕਰਨਗੇ ਤਾਂ ਉਹ ਐਪਲੀਕੇਸ਼ਨ ਉਹਨਾਂ ਦੀ ਜਿਹੜੀ ਆ ਉਹ ਰਿਫਿਊਜ਼ ਹੋਣੀ ਆ। ਸੋ ਚਾਹੇ ਉਹ ਫਾਦਰ ਨੂੰ ਬੁਲਾਉਣਾ ਚਾਹੁੰਦੇ ਨੇ ਚਾਹੇ ਨਹੀਂ ਚਾਹੁੰਦੇ, ਬਟ ਉਹਨਾਂ ਨੂੰ ਕੰਸੀਡਰ ਕਰਨਾ ਪਊਗਾ। ਉਹਨਾਂ ਦੀ ਇਨਕਮ ਵਾਈਜ਼ ਉਹਨਾਂ ਨੂੰ ਫੈਮਿਲੀ ਸਾਈਜ਼ 'ਚ ਉਹਨਾਂ ਨੂੰ ਦੋਵਾਂ ਨੂੰ ਕੰਸੀਡਰ ਕਰਨਾ ਪਊਗਾ ਜੀ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਇਹਦੇ ਵਿੱਚੋਂ ਇੱਕ ਹੋਰ ਸਵਾਲ ਨਿਕਲਿਆ ਜੀ ਕਿ ਜਿਵੇਂ ਤੁਸੀਂ ਇਨਕਮ ਦੀ ਗੱਲ ਕਰ ਰਹੇ ਸੀਗੇ, ਨਾਰਮਲੀ ਇਹੋ ਜਿਹੇ ਕੇਸ ਦੇ ਵਿੱਚ 3 ਸਾਲਾਂ ਦੀ ਇਨਕਮ ਜਿਹੜੀ ਹੈ ਕੰਸੀਡਰ ਕੀਤੀ ਜਾਂਦੀ ਹੈ। ਹਾਂਜੀ। ਲਾਈਕ 18, 19 ਔਰ 20। ਪਰ ਇੱਕ ਹੋਰ ਸਵਾਲ ਆ ਕਿ ਕਿਉਂਕਿ ਕੋਵਿਡ ਦੇ ਕਰਕੇ ਲੋਕਾਂ ਦੀ ਆਮਦਨ ਕਾਫੀ ਪ੍ਰਭਾਵਿਤ ਹੋਈ ਆ, ਕੰਮਕਾਰ ਪ੍ਰਭਾਵਿਤ ਹੋਏ ਨੇ। ਹਾਂਜੀ। ਕਿ ਕੀ ਸਰਕਾਰ ਨੇ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ ਸਾਲ 2020 ਦੀ ਜਿਹੜੀ ਇਨਕਮ ਟੇਬਲ ਆ ਉਹਦੇ ਵਿੱਚ ਕੋਈ ਰਾਹਤ, ਕੋਈ ਲੋਕਾਂ ਨੂੰ ਇਹੋ ਜਿਹੀ ਛੋਟ ਦਿੱਤੀ ਹੈ ਜੀ? ਹਾਂਜੀ ਮਨਜੀਤ ਜੀ, ਇਹਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਪਹਿਲਾਂ ਸਮਝਣ ਵਾਲੀ ਆ ਕਿ ਵੀ ਇਨਕਮ ਜਿਹੜੀ ਕੈਲਕੂਲੇਟ ਹੁੰਦੀ ਆ ਉਹ ਕਿੱਦਾਂ ਹੁੰਦੀ ਆ। ਸੋ ਜਿਹੜੀ ਫੈਮਿਲੀ ਪ੍ਰੋਗਰਾਮ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਾਸਤੇ ਇਨਕਮ ਹੁੰਦੀ ਆ, ਇਹਨੂੰ ਆਪਾਂ ਮਿਨੀਮਮ ਨੈਸੈਸਰੀ ਇਨਕਮ ਕਹਿੰਦੇ ਆ। ਬਿਲਕੁਲ, ਰਾਈਟ। ਸੋ ਵੀ ਇੱਕ ਫੈਮਿਲੀ ਲਈ ਮਿਨੀਮਮ ਨੈਸੈਸਰੀ ਇਨਕਮ ਕਿੰਨੀ ਹੋਊਗੀ। ਸੋ ਇਹ ਮਿਨੀਮਮ ਨੈਸੈਸਰੀ ਇਨਕਮ ਦੀ ਕੈਲਕੂਲੇਸ਼ਨ ਜਿਹੜੀ ਆ ਉਹ ਕਿੱਦਾਂ ਹੁੰਦੀ ਆ, ਇੱਕ ਲੋ ਇਨਕਮ ਕੱਟ ਆਫ ਆ। ਸੋ ਕੈਨੇਡੀਅਨ ਸਟੈਂਡਰਡ ਦੇ ਅਕੋਰਡਿੰਗ ਹਰ ਇੱਕ ਮੈਂਬਰ ਦੇ ਹਿਸਾਬ ਨਾਲ, ਫੈਮਿਲੀ ਸਾਈਜ਼ ਦੇ ਹਿਸਾਬ ਨਾਲ ਉਹਨਾਂ ਨੇ ਇੱਕ ਲੋ ਇਨਕਮ ਰੱਖੀ ਆ ਕਿ ਵੀ ਅਗਰ ਕਿਸੇ ਦੀ ਇਨਕਮ ਉਹਦੇ ਤੋਂ ਥੱਲੇ ਹੁੰਦੀ ਆ ਉਸ ਮਾਰਕ ਤੋਂ, ਦੈਨ ਉਹ ਲੋ ਇਨਕਮ ਚਾਹੁੰਦੇ ਨੇ। ਠੀਕ ਹੈ। ਸੋ ਮਿਨੀਮਮ ਜਿਹੜੀ ਇਨਕਮ ਕੱਟ ਆਫ ਤੋਂ ਉੱਪਰ ਹੋਣੀ ਚਾਹੀਦੀ ਆ।
ਤੇ ਜਿਹੜੀਆਂ MNI ਆ, ਮਿਨੀਮਮ ਨੈਸੈਸਰੀ ਇਨਕਮ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ, ਸੋ ਉਹਨਾਂ ਨੇ ਕੀ ਕੀਤਾ ਹੋਇਆ, ਉਹ 'ਚ 30% ਐਡ ਕੀਤੀ ਹੋਈ ਆ, 30% ਹੋਰ, ਕਿਉਂਕਿ ਇਹ ਜਿਹੜੀ ਇਨਕਮ ਆ ਇਹ ਲੋ ਇਨਕਮ ਹੋ ਗਈ ਮਿਨੀਮਮ ਉਹਦੇ ਵਾਸਤੇ ਜਿਹੜਾ ਉਹਨਾਂ ਨੇ ਸਰਵਾਈਵਲ ਵਾਸਤੇ ਆ, ਉਹਦੇ 'ਚ 30% ਹੋਰ ਐਡ ਕਰਕੇ ਉਹਨੂੰ ਉਹਨਾਂ ਨੇ ਬਣਾ ਦਿੱਤਾ ਜਿਹੜਾ ਮਿਨੀਮਮ ਨੈਸੈਸਰੀ ਇਨਕਮ ਫॉर ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਠੀਕ ਹੈ ਜੀ। ਸੋ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਸਪਾਂਸਰਸ਼ਿਪ ਦੀ ਪੇਰੈਂਟਸ ਦੀ ਐਪਲੀਕੇਸ਼ਨ ਲੱਗਦੀ ਆ, ਸੋ ਲਾਈਕੋ ਜਿਹੜਾ ਕੱਟ ਆਫ ਆ ਮਿਨੀਮਮ ਵਾਲਾ, ਲੋ ਇਨਕਮ ਕੱਟ ਆਫ ਪਲੱਸ 30%। ਹੁਣ ਪਿਛਲੇ 2 ਸਾਲਾਂ ਵਾਸਤੇ 2018 ਤੇ 2019 ਦੇ ਵਿੱਚ ਜਿਹੜਾ ਰੂਲ, ਕਿਉਂਕਿ ਸਾਰਿਆਂ ਦੀ ਇਨਕਮ ਜਿਹੜੀ ਸਟੇਬਲ ਸੀਗੀ, ਕੋਈ ਇੱਦਾਂ ਦੀ ਜਿਹੜੀ ਇਸ ਵਾਰ ਜਿਹੜੀ ਕੋਵਿਡ ਦੀ ਸਿਚੁਏਸ਼ਨ ਉਹ ਨਹੀਂ ਸੀਗੀ, ਸੋ ਪਿਛਲੇ 2018 ਤੇ 2019 ਵਾਸਤੇ ਜਿਹੜੀ ਆ ਮਿਨੀਮਮ ਨੈਸੈਸਰੀ ਇਨਕਮ ਲਾਈਕੋ ਪਲੱਸ 30% ਆ। ਠੀਕ ਹੈ ਜੀ। ਬਟ 2020 ਦੇ ਵਿੱਚ ਕਿਹਨਾਂ ਨੇ ਰਾਹਤ ਦਿੱਤੀ ਆ ਕਿ ਵੀ ਤੁਹਾਨੂੰ ਜਿਹੜਾ ਪਲੱਸ 30% ਵਾਲੀ ਜਿਹੜੀ ਆ ਉਹ ਸ਼ੋਅ ਕਰਨ ਦੀ ਲੋੜ ਨਹੀਂ। ਅਗਰ ਤੁਸੀਂ ਘੱਟੋ ਘੱਟ ਜਿਹੜਾ ਲੋ ਕੱਟ ਆਫ ਆ ਉਹੀ ਮੇਨਟੇਨ ਕਰਦੇ ਹੋ, ਉਨੀ ਤੁਹਾਡੀ ਹੈਗੀ ਆ, ਤੇ ਤੁਸੀਂ ਐਲੀਜੀਬਲ ਹੋ। ਸੋ ਉਹਦੇ 'ਚ ਕੁਝ ਵੀ ਐਡ ਕਰਨ ਦੀ ਲੋੜ ਨਹੀਂ ਹੈਗੀ। ਬਹੁਤ ਵਧੀਆ ਸਟੈਪ ਹੈ ਜੀ ਗਵਰਨਮੈਂਟ ਆਫ ਕੈਨੇਡਾ ਦਾ, ਜਾਂ ਜਿਹੜਾ ਆਪਣਾ IRCC ਹੈਗਾ ਆਪਣਾ ਕੈਨੇਡੀਅਨ ਇਮੀਗ੍ਰੇਸ਼ਨ। ਹਾਂਜੀ ਭਾਜੀ, ਜਿਵੇਂ ਗੱਲ ਕਰ ਰਹੇ ਸੀ ਆਪਾਂ ਕਿ ਇਹਦੇ ਵਿੱਚ ਜਿਹੜੇ ਆਪਣੇ PR ਨੇ ਜਾਂ ਸਿਟੀਜ਼ਨ ਨੇ, ਉਹ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਸਪਾਂਸਰ ਕਰ ਸਕਦੇ ਆ। ਹਾਂਜੀ। ਜੇ ਉਹ ਆਪਾਂ PR ਹੀ ਸੱਦਣੇ ਆ ਤੇ ਸਾਨੂੰ ਸਪਾਂਸਰ ਦੀ ਕਿਉਂ ਲੋੜ ਪੈ ਰਹੀ ਆ? ਹਾਂਜੀ। ਔਰ ਅਗਰ ਫੋਰ ਐਗਜ਼ਾਮਪਲ ਮੈਂ ਆਪਣੇ ਪੇਰੈਂਟਸ ਨੂੰ ਬਣਾਉਣਾ ਚਾਹੁੰਦਾ ਤੇ ਐਜ਼ ਏ ਸਪਾਂਸਰ ਮੇਰੀਆਂ ਕੀ ਐਲੀਜੀਬਿਲਟੀਜ਼ ਹੋਣਗੀਆਂ ਜਾਂ ਮੇਰੀਆਂ ਕੀ ਲਾਇਬਿਲਟੀਜ਼ ਹੋ ਸਕਦੀਆਂ ਨੇ? ਹਾਂਜੀ। ਸੋ ਇਹਦੇ 'ਚ ਜਿਹੜਾ ਮਨਜੀਤ ਜੀ, ਜਿਹੜੀ ਸਪਾਂਸਰਸ਼ਿਪ ਆ, ਰਾਈਟ, ਸੋ ਜਿਨ੍ਹਾਂ ਨੇ ਸਪਾਂਸਰ ਹੋ ਕੇ ਆਉਣਾ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੇ, ਉਹਨਾਂ ਦੀ ਏਜ ਅਗਰ ਦੇਖੀ ਜਾਵੇ ਤੇ ਉਹ ਆਲਮੋਸਟ ਪੈਨਸ਼ਨ ਦੀ ਏਜ ਦੇ ਕਰੀਬ ਹੋਣਗੇ। ਬਿਲਕੁਲ ਰਾਈਟ। ਉਹਨਾਂ ਨੇ ਇੱਥੇ ਆ ਕੇ ਕੋਈ ਕੰਮ ਜਿਹੜਾ ਆ ਉਹ ਕਰਨ ਦੀ ਕੋਈ ਇੰਨੀ ਜ਼ਿਆਦਾ ਸੰਭਾਵਨਾ ਨਹੀਂ ਹੁੰਦੀ, ਘੱਟ ਹੁੰਦੀ ਹੈ। ਸੋ ਉਹ ਤਾਂ ਕਰਕੇ ਕੀ ਹੁੰਦਾ ਕਿ ਜਿਹੜਾ ਸਪਾਂਸਰ ਆ ਉਹ ਰਿਸਪੌਂਸੀਬਲ ਹੋਊਗਾ ਕਿ ਵੀ ਆਪਣੇ ਜਿਹੜੇ ਪੇਰੈਂਟਸ ਜਾਂ ਉਹਨਾਂ ਦੇ ਡਿਪੈਂਡੈਂਟ ਚਿਲਡਰਨ ਨੂੰ ਬੁਲਾ ਰਿਹਾ, ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰੂਗਾ। ਰਾਈਟ। ਸੋ ਇਹ ਜਿਹੜੀ ਸਪੋਰਟ ਆ ਉਹ 20 ਸਾਲ ਤੱਕ ਉਹ ਸਪਾਂਸਰ ਜਿਹੜਾ ਰਿਸਪੌਂਸੀਬਲ ਹੋਊਗਾ। ਇਸ ਤੋਂ ਇਲਾਵਾ ਨਾਲ ਹੀ ਅਗਰ ਇਹ ਜਿਹੜੇ ਸਪਾਂਸਰ ਹੋ ਕੇ ਆਉਂਦੇ ਨੇ, ਜਿਹੜੇ ਸਪਾਂਸਰਡ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਡਿਪੈਂਡੈਂਟ ਚਾਈਲਡ ਨੇ, ਠੀਕ ਹੈ, ਸੋ ਅਗਰ ਉਹ ਗਵਰਨਮੈਂਟ ਅਸਿਸਟੈਂਸ ਤੇ ਜਾਂਦੇ ਨੇ, ਸੋਸ਼ਲ ਅਸਿਸਟੈਂਸ ਤੇ ਜਾਂਦੇ ਨੇ, ਸੋ ਸਪਾਂਸਰ ਰਿਸਪੌਂਸੀਬਲ ਹੋਊਗਾ ਕਿ ਉਹ ਪੈਸੇ ਜਿਹੜੇ ਆ ਗਵਰਨਮੈਂਟ ਨੂੰ ਵਾਪਸ ਰਿਟਰਨ ਕਰਨ ਵਾਸਤੇ। ਜੀ, ਜਿਵੇਂ ਆਪਾਂ ਨਾਰਮਲੀ ਕਹਿ ਦਿੰਦੇ ਵੀ ਵਿਜ਼ਟਰ ਵੀਜ਼ੇ ਵਾਸਤੇ ਮੈਂ ਕਿਸੇ ਨੂੰ ਸਪਾਂਸਰ ਕਰ ਰਿਹਾ, ਆਲਮੋਸਟ ਸੇਮ ਰਿਸਪੌਂਸਿਬਿਲਿਟੀਜ਼ ਉਹਦੇ ਵਾਸਤੇ ਨਹੀਂ। ਵਿਜ਼ਿਟਰ ਵੀਜ਼ੇ ਦੀ ਜਿਹੜੀ ਸਪਾਂਸਰਸ਼ਿਪ ਆ ਉਹ ਇੱਕ ਡਿਫਰੈਂਟ ਆ। ਇਹ ਜਿਹੜੀ ਸਪਾਂਸਰਸ਼ਿਪ ਆ ਵਿਜ਼ਿਟਰ ਵੀਜ਼ੇ ਵਾਲੀ, ਜਿਹੜੀ ਸਿਰਫ ਇੱਕ ਵਿਜ਼ਿਟ ਵਾਸਤੇ ਹੁੰਦੀ ਆ, ਇਹ 20 ਇਅਰਸ ਵਾਸਤੇ ਹੁੰਦੀ ਆ, 20 ਸਾਲ ਵਾਸਤੇ ਜਿਹੜਾ ਉਹ ਓਬਲੀਗੇਸ਼ਨ ਹੋਊਗੀ ਸਪਾਂਸਰ ਦੀ, ਉਹਦੀ ਅੰਡਰਟੇਕਿੰਗ ਹੋਊਗੀ ਕਿ ਉਹਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ। ਜੀ ਕਵਲਜੀਤ ਭਾਜੀ, ਜਿਹੜਾ ਇਹ ਵਿਸ਼ਾ ਚੱਲ ਰਿਹਾ ਆਪਣਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨਸ ਦਾ, ਇਹਦੇ ਨਾਲ ਰਿਲੇਟਡ ਹੋਰ ਵੀ ਕੁਐਸਚਨਸ ਨੇ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਫਿਲਹਾਲ ਆਪਾਂ ਇੱਥੇ ਕਮਰਸ਼ੀਅਲ ਬ੍ਰੇਕ ਵਾਸਤੇ ਰੁਕਦੇ ਹਾਂ। ਔਰ ਦੋਸਤੋ, ਤੁਸੀਂ ਜੁੜੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇ ਨਾਲ, ਕਿਉਂਕਿ ਹੋਰ ਵੀ ਕਾਫੀ ਅਹਿਮ ਮੁੱਦੇ ਨੇ ਜਿਹੜੇ ਇਮੀਗ੍ਰੇਸ਼ਨ ਦੀਆਂ ਅਪਡੇਟਸ ਨਾਲ ਤੁਹਾਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਹਾਂ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬ੍ਰੇਕ ਤੋਂ ਬਾਅਦ ਆਪ ਸਭਨਾਂ ਦਾ ਸਵਾਗਤ ਹੈ ਜੀ। ਅਸੀਂ ਗੱਲਬਾਤ ਕਰ ਰਹੇ ਸੀਗੇ ਇਮੀਗ੍ਰੇਸ਼ਨ ਨਾਲ ਰਿਲੇਟਡ ਵੱਖ-ਵੱਖ ਮੁੱਦਿਆਂ ਦੇ ਉੱਪਰ, ਔਰ ਸਾਡੇ ਨਾਲ ਜੁੜੇ ਹਨ ਸਰਦਾਰ ਕਵਲਜੀਤ ਸਿੰਘ ਜੀ, ਕੈਰੀਅਰ ਪਲੱਸ ਇਮੀਗ੍ਰੇਸ਼ਨ ਤੋਂ। ਭਾਜੀ, ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਸਪਾਂਸਰਸ ਬਾਰੇ ਕਿ ਸਪਾਂਸਰ ਦੀਆਂ ਕੁਝ ਲਾਇਬਿਲਟੀਜ਼ ਹੁੰਦੀਆਂ ਨੇ, ਇਹਦੇ ਨਾਲ ਇੱਕ ਰਿਲੇਟਡ ਹੋਰ ਕੁਐਸਚਨ ਮੇਰੇ ਜ਼ਿਹਨ 'ਚ ਆ ਰਿਹਾ ਸੀਗਾ ਕਿ ਸਪੋਜ਼ ਮੈਂ ਸਪਾਂਸਰ ਹਾਂ, ਆਪਣੇ ਪੇਰੈਂਟਸ ਨੂੰ ਮੈਂ ਸਪਾਂਸਰ ਕਰਨਾ ਚਾਹੁੰਦਾ, ਤੇ ਮੇਰੇ ਫੈਮਿਲੀ ਦੇ ਵਿੱਚ 4 ਮੈਂਬਰ ਅਸੀਂ ਟੋਟਲ, 2 ਅਸੀਂ ਹਸਬੈਂਡ ਵਾਈਫ ਔਰ 2 ਮੇਰੇ ਬੱਚੇ ਨੇ। ਹਾਂਜੀ। ਉਹਨਾਂ ਵਿੱਚੋਂ ਅਗਰ ਇੱਕ ਬੱਚੇ ਦੀ ਉਮਰ 18 ਸਾਲ ਤੋਂ ਉੱਪਰ ਹੋ ਗਈ ਹੈ ਤੇ ਮੇਰਾ ਫੈਮਿਲੀ ਸਾਈਜ਼ ਇਹ 4 ਕੰਸੀਡਰ ਹੋਊਗਾ ਜਾਂ 3 ਕੰਸੀਡਰ ਹੋਊਗਾ? ਇਹ ਸਵਾਲ ਜਿਹੜਾ ਜੀ ਸਾਨੂੰ ਅਕਸਰ ਪੁੱਛਿਆ ਜਾ ਰਿਹਾ ਅੱਜ ਕੱਲ੍ਹ, ਕਿਉਂਕਿ ਜਦੋਂ ਫੈਮਿਲੀ ਦੀ ਇਨਕਮ ਕੈਲਕੂਲੇਟ ਕਰਨੀ ਹੁੰਦੀ ਆ ਤੇ ਉਹਨਾਂ ਦੇ ਬੱਚੇ ਅਡਲਟਸ ਹੋ ਗਏ ਨੇ, ਅਸੀਂ ਪੁੱਛਦੇ ਨੇ ਕਿ ਵੀ ਕਿਸ ਤਰ੍ਹਾਂ। ਸੋ ਮਨਜੀਤ ਜੀ, ਐਜ਼ ਪਰ ਜਿਹੜੇ ਸੋਰਸਿਸ ਨੇ, IRCC ਦੀ ਵੈਬਸਾਈਟ ਆ ਜਾਂ ਲਾਅ ਐਂਡ ਰੈਗੂਲੇਸ਼ਨਸ ਆ, ਸੋ ਉਹਦੇ ਵਿੱਚ ਡਿਪੈਂਡੈਂਟ ਚਾਈਲਡ ਜਿਹੜਾ ਆ ਉਹ 22 ਸਾਲ ਤੋਂ ਅਗਰ ਘੱਟ ਉਮਰ ਆ, ਸੋ ਉਹਨੂੰ ਡਿਪੈਂਡੈਂਟ ਗਿਣਿਆ ਜਾਊਗਾ।
ਠੀਕ ਰਾਈਟ। ਹੈ। ਸੋ ਉਹ ਚਾਹੇ ਆਪਾਂ ਕੇਸ ਲੈ ਲਈਏ ਸਪਾਂਸਰ ਦਾ, ਚਾਹੇ ਉਹ ਐਪਲੀਕੈਂਟ ਦਾ ਲੈ ਲਈਏ। ਸੋ ਅਗਰ ਉਹ 18 ਸਾਲ ਤੋਂ ਉਮਰ ਵੱਧ ਹੋ ਗਈ ਆ ਬਟ ਅਜੇ ਵੀ ਉਸ ਘਰ 'ਚ ਰਹਿ ਰਹੇ ਨੇ ਔਰ 22 ਸਾਲ ਤੋਂ ਥੱਲੇ ਨੇ, ਰਾਈਟ, ਸੋ ਉਹ ਜਿਹੜੇ ਆ ਉਹ ਫੈਮਿਲੀ ਸਾਈਜ਼ ਦੇ ਵਿੱਚ ਹੀ ਕਾਊਂਟ ਹੋਣਗੇ, ਉਹਨਾਂ ਨੂੰ ਗਿਣਤੀ ਕਰਨੀ ਹੀ ਪਊਗੀ। ਹਾਂ, ਅਗਰ 22 ਤੋਂ ਉੱਪਰ ਹੋ ਗਏ ਨੇ ਤੇ ਫਿਰ ਉਹ ਕੈਲਕੂਲੇਟ ਨਹੀਂ ਹੋਣਗੇ, ਇਹਦੇ ਵਿੱਚ ਨਹੀਂ ਆਉਣਗੇ। ਬਟ ਅਗਰ ਕੋਈ ਜਿਵੇਂ ਡਿਸੇਬਲ ਚਾਈਲਡ ਹੋ ਗਿਆ, ਰਾਈਟ, ਜਿਹੜਾ ਕਿ ਪੈਰੈਂਟਸ ਦੀ ਅਸਿਸਟੈਂਸ ਦੇ ਉੱਤੇ ਫੁੱਲ ਫਾਈਨੈਂਸ਼ੀਅਲ ਸਪੋਰਟਸ ਈਵਨ ਉਹ 22 ਸਾਲ ਤੋਂ ਉੱਤੇ ਵੀ ਹੋਊਗਾ, ਉਹਨੂੰ ਵੀ ਵਿੱਚ ਕਾਊਂਟ ਕਰਨਾ ਪਊਗਾ ਜੀ। ਠੀਕ ਹੈ ਜੀ। ਭਾਈ ਆਪਾਂ ਸਪਾਂਸਰ ਦੀ ਗੱਲ ਕਰ ਲਈ, ਅਸੀਂ ਇਹ ਵੀ ਗੱਲ ਕਰ ਰਹੇ ਸੀ ਵੀ ਅਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇਸ ਪ੍ਰੋਗਰਾਮ ਦੇ ਤਹਿਤ PR ਵਾਸਤੇ ਇਨਵਾਈਟ ਕਰ ਸਕਦੇ ਹਾਂ। ਜਿਹੜੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਅਸੀਂ ਇਨਵਾਈਟ ਕਰਨਾ, ਕਿ ਉਹਨਾਂ ਦੀਆਂ ਵੀ ਕੋਈ ਐਲੀਜੀਬਿਲਟੀਜ਼ ਨੇ? ਹਾਂਜੀ, ਸੋ ਇਹਦੇ 'ਚ ਜਿਵੇਂ ਇਹ ਫਿਰ ਜਿਹੜਾ ਪ੍ਰੋਗਰਾਮ ਦਾ ਨਾਂ ਹੀ ਗ੍ਰੈਂਡ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਆ, ਇੱਕ ਤਾਂ ਪੈਰੈਂਟਸ ਤੇ ਗ੍ਰੈਂਡ ਪੇਰੈਂਟਸ ਇਹਦੇ 'ਚ ਇਨਕਲੂਡ ਹੁੰਦੇ ਨੇ, ਉਹਨਾਂ ਨੂੰ ਆਪਾਂ ਐਪਲੀਕੈਂਟ ਕਹਿੰਦੇ ਆ ਜੀ, ਜਿਹਨਾਂ ਨੂੰ ਆਪਾਂ ਬੁਲਾਉਣਾ ਚਾਹੁੰਦੇ ਆ। ਇਸ ਤੋਂ ਇਲਾਵਾ ਜਿਹੜਾ ਡਿਪੈਂਡੈਂਟ ਚਾਈਲਡ ਆ, ਉਹਨਾਂ ਦੇ ਜਾਂ ਮੰਨ ਲਓ ਪੈਰੈਂਟਸ ਦੇ ਜਿਹੜੇ ਬੱਚੇ ਨੇ ਜਿਹੜੇ 22 ਸਾਲ ਤੋਂ ਥੱਲੇ ਹੋਣ, ਰਾਈਟ, ਜਿਵੇਂ ਜਿਹੜਾ ਸਪਾਂਸਰ ਉਹਦੇ ਸਿਬਲਿੰਗਸ, ਰਾਈਟ, ਸੋ ਉਹ ਵੀ ਇਹਦੇ ਵਿੱਚ ਕਾਊਂਟ ਹੁੰਦੇ ਨੇ। ਸੋ ਇਹਦੇ ਵਿੱਚ ਡਿਪੈਂਡੈਂਟ ਚਾਈਲਡ ਦੀ ਡੈਫੀਨੇਸ਼ਨ 'ਚ ਇਹ ਵੀ ਹੈਗਾ ਕਿ ਅਗਰ ਕੋਈ ਡਿਸੇਬਲ ਬੱਚਾ ਆ ਜਿਹਦੀ ਭਾਵੇਂ ਕਿ ਉਮਰ 22 ਸਾਲ ਤੋਂ ਉੱਤੇ ਹੋ ਗਈ ਆ ਬਟ ਉਹ ਡਿਪੈਂਡੈਂਟ ਸੀਗਾ, ਫਾਈਨੈਂਸ਼ੀਅਲੀ ਜਿਹੜਾ ਆ ਉਹ ਪੈਰੈਂਟਸ ਦੇ ਉੱਤੇ ਡਿਪੈਂਡੈਂਟ ਆ, ਉਹ ਵਿੱਚ ਹੀ ਕਾਊਂਟ ਹੋਊਗਾ, ਉਹ ਕੈਲਕੂਲੇਟ ਹੋਊਗਾ। ਸੋ ਬੇਸਿਕਲੀ ਮਨਜੀਤ ਜੀ ਇਹਦੇ ਵਿੱਚ ਇੱਦਾਂ ਦੀਆਂ ਕੁਛ ਚੀਜ਼ਾਂ ਨੇ ਕਿ ਗਵਰਨਮੈਂਟ ਦੇ ਇੱਕ ਹਰ ਇੱਕ ਸਿਟੀਜ਼ਨ ਵਾਸਤੇ ਜਾਂ ਕੈਨੇਡੀਅਨ ਵਾਸਤੇ ਇੱਕ ਮੈਡੀਕਲ ਬੈਨੀਫਿਟ ਦੀ ਇੱਕ ਵੈਲਿਊ ਆ ਕਿ ਵੀ ਇੰਨਾ ਜਿਹੜਾ ਅਮਾਊਂਟ ਆ ਉਹ ਇੱਕ ਹਰ ਇੱਕ ਸਿਟੀਜ਼ਨ ਜਾਂ PR ਵਾਸਤੇ ਜਿਹੜਾ ਉਹ ਡੈਡੀਕੇਟਡ ਆ। ਠੀਕ ਹੈ। ਸੋ ਸਮਟਾਈਮਸ ਇਹੋ ਜਿਹੇ ਕੇਸਿਸ ਦੇਖਣ ਨੂੰ ਮਿਲਦੇ ਨੇ ਕਿ ਜਦੋਂ ਇਹਨਾਂ ਐਪਲੀਕੈਂਟਸ ਜੋ ਕਿ ਇੱਥੇ ਓਵਰਸੀਜ਼ ਤੋਂ ਜਿਨ੍ਹਾਂ ਨੇ ਆਉਣਾ ਇੱਥੇ PR ਲੈਣੀ ਆ, ਮੈਡੀਕਲ ਹੁੰਦਾ ਆ, ਉਹਨਾਂ ਦੀਆਂ ਮੈਡੀਕਲ ਕੰਡੀਸ਼ਨਸ ਕੁਛ ਇੱਦਾਂ ਦੀਆਂ ਜ਼ਿਆਦਾ ਸੀਰੀਅਸ ਹੋਣ, ਸੋ ਉਹਦੇ ਉੱਪਰ ਵੀ ਇਮੀਗ੍ਰੇਸ਼ਨ ਜਿਹੜੀ ਆ ਉਹ ਐਪਲੀਕੇਸ਼ਨ ਰਿਫਿਊਜ਼ ਕਰ ਸਕਦੀ ਆ। ਇਨਐਡਮਿਸਿਬਿਲਿਟੀ ਕਿਸੇ ਵੇਲੇ ਕਿਸੇ ਦੇ ਹੁੰਦੇ ਨੇ ਬੱਚੇ ਜਿਹੜੇ ਆ ਕੇ ਉਹਨਾਂ ਦੀ ਜਿਹੜੀ ਉਹ ਜਾਂ ਲੇਟ ਹੁੰਦੇ ਨੇ ਜਾਂ ਐਬਿਲਿਟੀ ਨਹੀਂ ਹੁੰਦੀ ਜਾਂ ਕੋਈ ਜ਼ਿਆਦਾ ਸਵੀਅਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ। ਸੋ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੁੰਦਾ ਆ, ਅਗਰ ਉੱਦਾਂ ਦੀ ਜਿਹੜਾ ਲੱਗੇ ਕਿ ਵੀ ਇਹਨਾਂ ਦੀ ਜਿਹੜੀ ਕਾਸਟਿੰਗ ਹੋਊਗੀ ਇੱਥੇ ਮੈਡੀਕਲ ਟਰੀਟਮੈਂਟ ਦੀ ਜਾਂ ਇੱਥੇ ਲਿਵਿੰਗ ਕਾਸਟ ਹੋਊਗੀ ਵਿਚ ਵਿਲ ਬੀ ਮੋਰ ਦੈਨ ਜਿਹੜੀ ਇਹਨਾਂ ਦੀ ਇੱਕ ਡੈਡੀਕੇਟਡ ਅਮਾਊਂਟ ਆ। ਸੋ ਉਸ ਕੇਸ ਦੇ ਵਿੱਚ ਜਿਹੜਾ ਆ ਉਹ ਕੰਪਲੀਕੇਸ਼ਨ ਜਿਹੜੀਆਂ ਨੇ ਇਨਐਡਮਿਸਿਬਿਲਿਟੀ ਦੀਆਂ ਮੈਡੀਕਲ ਵਾਲੀਆਂ ਆਉਂਦੀਆਂ ਨੇ। ਸੋ ਇੱਦਾਂ ਦਾ ਅਗਰ ਕੋਈ ਕੇਸ ਆ ਤੇ ਉਹਨੂੰ ਬੜਾ ਕਲੀਅਰਲੀ ਦੇਖਣਾ ਚਾਹੀਦਾ ਜੀ। ਭਾਜੀ, ਸਾਡੇ ਕੁਝ ਦਰਸ਼ਕ ਨੇ, ਉਹਨਾਂ ਦੇ ਵੱਖ-ਵੱਖ ਜਿਹੜੇ ਸਵਾਲ ਨੇ, ਖਾਸ ਕਰਕੇ ਇਸ ਪ੍ਰੋਗਰਾਮ ਨੂੰ ਲੈ ਕੇ ਸਾਨੂੰ ਆਉਂਦੇ ਰਹਿੰਦੇ ਨੇ। ਹਾਂਜੀ, ਉਹਨਾਂ ਵਿੱਚੋਂ ਕੁਝ ਸਵਾਲ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਦੇ ਜਿਹੜੇ ਜਵਾਬ ਨੇ ਉਹ ਸਾਡੇ ਦਰਸ਼ਕਾਂ ਤੱਕ ਪਹੁੰਚ ਕਰੋ। ਜ਼ਰੂਰ ਮਨਜੀਤ ਜੀ। ਸਪੋਜ਼ ਮੈਂ ਖੁਦ 2009 ਦੇ ਵਿੱਚ ਆਪਣੇ ਪੇਰੈਂਟਸ ਨੂੰ ਸਪਾਂਸਰ ਕੀਤਾ ਸੀਗਾ। ਹਾਂਜੀ। ਔਰ ਉਹ ਇੱਥੇ ਆ ਚੁੱਕੇ ਨੇ। ਹੁਣ ਮੈਂ ਆਪਣੀ ਵਾਈਫ ਦੇ ਪੇਰੈਂਟਸ ਯਾਨੀ ਕਿ ਆਪਣੇ ਇਨ-ਲॉज ਉਹਨਾਂ ਨੂੰ ਸਪਾਂਸਰ ਕਰਨਾ ਚਾਹੁੰਦਾ, ਤੇ ਇਹਦੇ ਸਬੰਧ ਦੇ ਵਿੱਚ ਕੀ ਗਾਈਡਲਾਈਨਸ ਨੇ ਔਰ ਕੀ ਇਹਦੇ ਵਿੱਚ ਗੱਲਾਂ ਧਿਆਨ ਰੱਖਣ ਵਾਲੀਆਂ ਨੇ? ਜਿਵੇਂ ਕਿ ਤੁਸੀਂ ਜਿਹੜਾ ਸਾਲ ਯੂਜ਼ ਕੀਤਾ 2009 ਤੇ ਇਹਦੇ 'ਚ ਤੇ 2010 ਦੇ ਵਿੱਚ ਵਾਕਈ ਬਹੁਤ ਫਰਕ ਆ ਜਾਂਦਾ। ਆਪਾਂ ਗੱਲ ਕਰ ਰਹੇ ਸੀਗੇ ਅੰਡਰਟੇਕਿੰਗ ਦੀ ਕਿ ਵੀ ਸਪਾਂਸਰ ਆ ਜਿਹੜਾ ਉਹਦੀ ਕੋਈ ਰਿਸਪੌਂਸਿਬਿਲਿਟੀਜ਼ ਜਾਂ ਓਬਲੀਗੇਸ਼ਨਸ ਆ ਇਸ ਪ੍ਰੋਗਰਾਮ ਨੂੰ ਲੈ ਕੇ। ਸੋ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ 2009 ਦੀ ਗੱਲ ਕਰੀਏ ਤੇ ਉਦੋਂ ਜਿਹੜੀ ਅੰਡਰਟੇਕਿੰਗ ਸੀਗੀ ਉਹ 10 ਸਾਲ ਵਾਸਤੇ ਸੀਗੀ। ਠੀਕ ਹੈ ਜੀ। ਸੋ ਲੈਟਸ ਸਪੋਜ਼ ਕਿਸੇ ਨੇ 2009 'ਚ ਉਹਦੇ ਪੇਰੈਂਟਸ ਆ ਗਏ ਇੱਥੇ ਤੇ 2019 ਦੇ ਵਿੱਚ ਉਹਨਾਂ ਨੂੰ 10 ਸਾਲ ਪੂਰੇ ਹੋ ਗਏ। ਅੱਜ ਅਗਰ ਉਹ ਕੈਲਕੂਲੇਟ ਕਰਨਾ ਹੋਊਗਾ ਉਹਨਾਂ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਸਕਿਪ ਕਰ ਸਕਦੇ ਨੇ। ਉਹਦੇ ਜਿਹੜੇ ਪੇਰੈਂਟਸ ਆਲਰੇਡੀ ਉਹਨਾਂ ਨੂੰ 10 ਸਾਲ ਹੋ ਚੁੱਕੇ ਨੇ, ਸੋ ਉਹ ਉਹਨਾਂ ਨੂੰ ਕੱਢ ਕੇ ਆਪਣਾ ਫੈਮਿਲੀ ਸਾਈਜ਼ ਕਾਊਂਟ ਕਰ ਸਕਦੇ ਨੇ। ਪਰ ਜੇ ਅਗਰ ਅਸੀਂ ਗੱਲ ਕਰੀਏ ਕਿ ਕਿਸੇ ਦੇ 2015 ਦੇ ਵਿੱਚ 16 ਦੇ ਵਿੱਚ ਆਏ ਨੇ, ਰਾਈਟ, 17 ਵਾਲੀਆਂ ਐਪਲੀਕੇਸ਼ਨਾਂ 'ਚ ਲੱਗੇ ਨੇ, ਸੋ ਇਹ ਜਿਹੜੀ ਉਦੋਂ ਦੀ ਜਿਹੜੀ ਅੰਡਰਟੇਕਿੰਗ ਹੈ ਉਹ ਵੱਧ ਕੇ 20 ਸਾਲ ਹੋ ਚੁੱਕੀ ਸੀਗੀ, ਰਾਈਟ। ਉਹਨਾਂ ਨੂੰ ਜਿਹੜੀ ਉਹਨਾਂ ਦੀ ਰਿਸਪੌਂਸਿਬਿਲਿਟੀ ਜਿਹੜੀ ਆ 20 ਈਅਰਸ ਤੱਕ ਹੋਊਗੀ ਕਿ ਉਹ ਫਾਈਨੈਂਸ਼ੀਅਲੀ ਉਹਨਾਂ ਨੂੰ ਸਪੋਰਟ ਕਰਨ ਐਂਡ ਅਗਰ ਕੋਈ ਗਵਰਨਮੈਂਟ ਅਸਿਸਟੈਂਸ ਤੇ ਜਾਂਦਾ ਤੇ ਉਹ ਰੀਪੇ ਕਰਨ ਉਹਨੂੰ ਜੀ। ਠੀਕ ਹੈ ਜੀ। ਇੱਕ ਹੋਰ ਸਿਨੈਰੀਓ ਮੇਰੇ ਜ਼ਿਹਨ ਵਿੱਚ ਆ ਰਿਹਾ ਵਾ ਕਿ ਮੰਨ ਲਓ ਕੋਈ ਹਸਬੈਂਡ ਵਾਈਫ ਸੀਗੇ 2018 ਦੇ ਵਿੱਚ। ਹਾਂਜੀ। 2020 ਦੇ ਵਿੱਚ ਉਹਨਾਂ ਨੂੰ ਇੱਕ ਬੇਬੀ ਹੁੰਦਾ ਜੀ।
ਰਾਈਟ ਜੀ। ਸੋ 2018 ਦੇ ਵਿੱਚ 2 ਮੈਂਬਰ ਨੇ, 19 ਚ ਵੀ 2 ਮੈਂਬਰ ਨੇ, 20 ਚ ਆ ਕੇ ਉਹ 3 ਮੈਂਬਰ ਹੋ ਜਾਂਦੇ ਨੇ। ਹਾਂਜੀ। ਤੇ ਉਹਨਾਂ ਦਾ ਜਿਹੜਾ ਫੈਮਿਲੀ ਸਾਈਜ਼ ਆ ਔਰ ਜੋ ਇਨਕਮ ਰਿਕੁਆਇਰਡ ਆ ਉਹਦਾ ਕ੍ਰਾਈਟੇਰੀਆ ਕੀ ਹੋਊਗਾ? ਵਾਹ ਜੀ, ਇਹ ਹੂ ਬਹੂ ਸਵਾਲ ਜਿਹੜਾ ਆ, ਇੱਕ ਐਗਜ਼ਾਮਪਲ ਜਿਹੜੀ ਆ, ਇਹ ਜਿਹੜਾ ਇਹਦਾ ਇੱਕ ਸੋਰਸ IRCC ਦੀ ਵੈਬਸਾਈਟ ਦੇ ਉੱਤੇ ਵੀ ਹੈਗਾ ਕਿ ਵੀ ਇੱਕ ਕੁਐਸਚਨ ਆਮ ਪੁੱਛਿਆ ਵੀ ਜਾਂਦਾ ਹੈ ਜੀ ਅੱਜ ਤੋਂ 2 ਸਾਲ ਪਹਿਲਾਂ ਤਾਂ ਅਸੀਂ 3 ਮੈਂਬਰ ਹੀ ਸੀ ਜਾਂ 2 ਹੀ ਸੀਗੇ, ਹੁਣ ਅਸੀਂ 4 ਹੋ ਗਏ ਆ ਤੇ ਸਾਨੂੰ ਜਿਹੜੀ ਆ ਇਨਕਮ ਕਿਸ ਢੰਗ ਨਾਲ ਕਰਨੀ ਚਾਹੀਦੀ ਆ। ਸੋ ਇਹਦਾ ਬੜਾ ਕਲੀਅਰਲੀ IRCC ਦੀ ਵੈਬਸਾਈਟ ਤੇ ਐਕਸਪਲੇਨ ਕੀਤਾ ਹੋਇਆ ਉਹਨਾਂ ਨੇ ਕਿ ਵੀ ਜਿਹੜੇ ਸਾਲ ਦੇ ਵਿੱਚ ਤੁਸੀਂ 2 ਮੈਂਬਰ ਸੀਗੇ 2018 ਦੇ ਵਿੱਚ ਜਾਂ 2019 ਦੇ ਵਿੱਚ, ਉਦੋਂ ਤੁਸੀਂ ਇੱਥੋਂ ਵਾਲਿਆਂ ਨੂੰ 2 ਨੂੰ ਕੈਲਕੂਲੇਟ ਕਰੋਗੇ, ਬਟ ਜੇ ਅਗਲੇ ਸਾਲ ਆਉਣ ਵਾਲੇ ਸਾਲ 'ਚ 3 ਹੋ ਗਏ, ਇੱਕ ਬੇਬੀ ਹੋ ਗਿਆ, ਸੋ ਤੁਹਾਨੂੰ ਫਿਰ ਉਹ 3 ਦੇ ਹਿਸਾਬ ਨਾਲ ਉਸ ਸਾਲ ਦੀ 3 ਸਾਲ ਦੇ 3 ਫੈਮਿਲੀ ਮੈਂਬਰ ਦੇ ਹਿਸਾਬ ਨਾਲ, ਪਹਿਲੇ 2 ਸਾਲਾਂ ਦੀ ਜਿਹੜੀ ਆ ਉਹ 2 ਫੈਮਿਲੀ ਮੈਂਬਰ ਦੇ ਹਿਸਾਬ ਨਾਲ। ਬਟ ਇੱਥੇ ਇੱਕ ਟ੍ਰਿਕੀ ਸਵਾਲ ਆ ਅਮਨਜੀਤ ਜੀ, ਕਿ ਧਿਆਨ ਰੱਖਣ ਜੋ ਗੱਲ ਆ, ਮੈਨੂੰ ਕੱਲ੍ਹ ਹੀ ਇੱਕ ਕਾਲ ਆਈ, ਕਹਿੰਦੇ ਜੀ ਸਾਡਾ ਬੇਬੀ ਬੋਰਨ ਹੋਇਆ 31 ਦਸੰਬਰ 2019 ਨੂੰ, ਠੀਕ ਹੈ ਜੀ, ਰਾਤੀ 10 ਵਜੇ। ਬਿਲਕੁਲ। ਸੋ ਜਿਹੜਾ ਕਿ 2020 ਆਉਣ ਦੇ ਵਿੱਚ ਸਿਰਫ 2 ਘੰਟੇ ਬਾਕੀ ਸੀਗੇ। ਸੋ ਕਹਿੰਦੇ ਜੀ ਹੁਣ ਅਸੀਂ ਮਤਲਬ ਇਹਦੇ ਵਾਸਤੇ ਸਾਨੂੰ ਕੀ ਕਰਨਾ ਹੈ, ਅਸੀਂ 2020 ਦੀ ਸ਼ੋ ਕਰਨੀ ਹੈ ਜਾਂ 2019 ਚ ਇਹਨੂੰ ਕਾਊਂਟ ਕਰਨਾ ਪੈਣਾ। ਸੋ ਐਜ਼ ਪਰ ਸੋਰਸਿਸ ਜਿਹੜੀ ਹੈਗੀ ਆ, ਚਾਹੇ ਉਹ 31 ਦਸੰਬਰ ਰਾਤੀ 10 ਵਜੇ ਹੀ ਬੋਰਨ ਹੋਇਆ, ਅਗਰ ਉਹਦੇ ਬਰਥ ਸਰਟੀਫਿਕੇਟ ਤੇ ਅਗਰ 2019 ਲਿਖਿਆ ਆ ਗਿਆ, ਸੋ ਫਿਰ ਉਹਨਾਂ ਨੂੰ ਜਿਹੜੀ ਇਨਕਮ ਆ ਉਹ 2019 ਦੀ ਸਾਰੇ ਸਾਲ ਦੀ ਜਿਹੜੀ ਆ ਉਹ ਸ਼ੋ ਕਰਨੀ ਪਊਗੀ। ਫਿਰ ਭਾਵੇਂ ਉਹ 11:59 ਤੇ ਵੀ ਹੋਵੇ ਜੀ, ਉਹ 2019 ਦਾ ਹੀ ਉਹ ਜਿਹੜੀ ਇਨਕਮ ਹੈ ਉਹਨਾਂ ਨੂੰ ਉਹ 2000 ਉਸ ਸਾਲ ਦੇ ਵਿੱਚ ਉਹਨਾਂ ਨੂੰ ਸ਼ੋ ਕਰਨੀ ਪਊਗੀ। ਠੀਕ ਹੈ ਜੀ। ਹਾਂਜੀ। ਇੱਕ ਹੋਰ ਬੜਾ ਅਹਿਮ ਸਵਾਲ ਆ ਜੀ ਇਸੇ ਕੈਟੇਗਰੀ ਨੂੰ ਲੈ ਕੇ, ਹਾਂਜੀ, ਕਿ ਕੋਈ ਸ਼ਖਸ ਉਹ ਅਜੇ ਤੱਕ ਵਰਕ ਪਰਮਿਟ ਤੇ ਸੀਗਾ, ਹਾਂਜੀ, ਜਸਟ 2-4 ਦਿਨ ਪਹਿਲਾਂ, ਮੰਨ ਲਓ ਵੀ ਅਕਤੂਬਰ 12 ਨੂੰ ਜਾਂ 14 ਨੂੰ, ਹਾਂਜੀ, ਉਹ PR ਹੁੰਦਾ, ਕਿ ਉਹ ਆਪਣੇ ਪੇਰੈਂਟਸ ਨੂੰ ਇਸ ਪ੍ਰੋਗਰਾਮ ਦੇ ਤਹਿਤ ਇਨਵਾਈਟ ਕਰ ਸਕਦਾ ਜੀ PR ਦੀ ਐਪਲੀਕੇਸ਼ਨ ਲਈ? ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜੀ, ਕਿ ਇਹਦੇ ਵਿੱਚ ਜਿਹੜੀ ਸਪਾਂਸਰ ਦੀ ਰਿਕੁਆਇਰਮੈਂਟ ਆ, ਸਪਾਂਸਰ ਦੀ ਰਿਕੁਆਇਰਮੈਂਟ ਆ ਕਿ ਸਪਾਂਸਰ 18 ਸਾਲ ਤੋਂ ਉੱਤੇ ਹੋਣਾ ਚਾਹੀਦਾ, PR ਜਾਂ ਸਿਟੀਜ਼ਨ ਹੋਣਾ ਚਾਹੀਦਾ, ਐਂਡ ਉਹ ਇਨਕਮ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਮੀਟ ਕਰਦਾ ਹੋਣਾ ਚਾਹੀਦਾ, ਤੇ ਉਹਦੇ ਤੇ ਕੋਈ ਸਪਾਂਸਰਸ਼ਿਪ ਬਾਹਰ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਸੋ ਜਿਸ ਦਿਨ ਉਹ ਫਾਈਲ ਲਾ ਰਿਹਾ, ਜਿਸ ਦਿਨ ਐਕਸਪ੍ਰੈਸ਼ਨ ਆਫ ਇੰਟਰਸਟ ਉਹ ਦੇ ਰਿਹਾ, ਅਗਰ ਉਹ PR ਆ, ਚਾਹੇ ਉਹ ਇੱਕ ਦਿਨ ਪਹਿਲਾਂ ਹੀ PR ਹੋਇਆ, ਰਾਈਟ, ਪਹਿਲਾਂ ਉਹ ਵਰਕ ਪਰਮਿਟ, ਔਰ ਉਹ ਬਾਕੀ ਸਾਰੀਆਂ ਰਿਕੁਆਇਰਮੈਂਟ ਜਿਹੜੀਆਂ ਮੀਟ ਕਰ ਰਿਹਾ, ਤੇ ਯੈਸ ਉਹ ਐਲੀਜੀਬਲ ਆ, ਉਹ ਸਪਾਂਸਰ ਕਰ ਸਕਦਾ ਆਪਣੇ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਨੂੰ, ਜਿਨ੍ਹਾਂ ਨੂੰ ਵੀ ਕਰਨਾ ਚਾਹੁੰਦਾ ਜੀ। ਠੀਕ ਹੈ ਜੀ। ਇੱਥੇ ਇੱਕ ਹੋਰ ਇਮੀਗ੍ਰੇਸ਼ਨ ਦੀ ਅਪਡੇਟ ਆਈ ਸੀ, ਉਹਦੇ ਬਾਰੇ ਵੀ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੀ ਆ ਉਹ ਅਪਡੇਟ ਜਿਹੜੀ ਆ ਦੱਸੋ। ਹਾਂਜੀ। ਕਿ ਕਾਫੀ ਇੱਥੇ ਸਾਡੇ ਨੌਜਵਾਨ ਨੇ ਜਿਹੜੇ ਵਿਆਹ ਕਰਾ ਕੇ ਆਏ ਹੋਏ ਨੇ ਇੰਡੀਆ ਦੇ ਵਿੱਚ, ਔਰ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਉਹਨਾਂ ਦੇ ਸਪਾਊਸਲ ਜਿਹੜੇ ਆ, ਉਹ ਸਪਾਊਸਲ ਵੀਜ਼ਾ ਜਿਹੜਾ ਵਾ ਉਹ ਬੜੇ ਚਿਰ ਤੋਂ ਸਸਪੈਂਡ ਮੋਸ਼ਨ ਦੇ ਵਿੱਚ ਸੀ ਜਾਂ ਡਿਲੇਡ ਸੀਗਾ, ਉਹਦੇ ਬਾਰੇ ਕੀ ਅਪਡੇਟ ਆਈ ਹੈ ਜੀ? ਯੈਸ ਜੀ, ਇਹਦੇ ਵਿੱਚ ਵੀ IRCC ਨੇ ਕਾਫੀ ਜ਼ਿਆਦਾ ਜਿਹੜੀ ਆ ਇੱਕ ਤਬਦੀਲੀ ਲਿਆਂਦੀ, ਤਬਦੀਲੀ ਇਨ ਦਾ ਸੈਂਸ ਕਿ ਇਹਨਾਂ ਨੂੰ ਸਪੀਡ ਅਪ ਕੀਤਾ ਜੀ ਪ੍ਰੋਸੈਸ ਨੂੰ, ਐਂਡ ਇਹ ਅਨਾਉਂਸਮੈਂਟ 3 ਵੀਕ ਪਹਿਲਾਂ ਹੋਈ ਸੀਗੀ। ਠੀਕ ਹੈ ਜੀ। ਜਿਹਦਾ ਕਿ ਅਸਰ ਸਾਨੂੰ ਦੇਖਣ ਨੂੰ ਮਿਲ ਗਿਆ ਜੀ। ਜਿੱਦਾਂ ਹੀ ਇਹ ਅਨਾਉਂਸਮੈਂਟ ਹੋਈ, ਸਾਡੀਆਂ ਕਈ ਇੱਦਾਂ ਦੀਆਂ ਫਾਈਲਾਂ ਜਿਹੜੀਆਂ ਗਈਆਂ ਹੋਈਆਂ ਸੀਗੀਆਂ, ਉਹਨਾਂ ਦੇ ਫਾਈਲ ਨੰਬਰ ਆਉਣੇ ਸ਼ੁਰੂ ਹੋ ਗਏ, ਤੇ ਕੰਪਲੀਟਨੈਸ ਚੈੱਕ ਆਉਣੇ ਸ਼ੁਰੂ ਹੋ ਗਏ, ਜਿਹੜੀਆਂ ਕੋਈ ਉਹਨਾਂ ਨੇ ਰਿਫਿਊਜ਼ ਕਰਨੀਆਂ ਸੀਗੀਆਂ ਉਹ ਰਿਫਿਊਜ਼ ਕਰਨੀਆਂ ਸ਼ੁਰੂ ਕਰਤੀਆਂ, ਤਾਂ ਕਿ ਇਹ ਪ੍ਰੋਸੈਸ ਵਾਕਈ ਹੀ ਸਪੀਡ ਅਪ ਹੋ ਗਿਆ। ਐਂਡ ਇਹਦੇ ਪਿੱਛੇ ਮੋਟਿਵ ਆ ਕਿ ਵੀ ਜਿਹੜੇ ਕੈਨੇਡੀਅਨਸ ਇਸ ਵੇਲੇ ਕਾਈਂਡ ਆਫ, ਇੱਕ ਤਾਂ ਵੈਸੇ ਕੋਵਿਡ ਦਾ ਜਿਹੜਾ ਦੌਰ ਚੱਲ ਰਿਹਾ, ਤੇ ਉਹਦੇ ਕਰਕੇ ਡਿਪਰੈਸ਼ਨ ਵਗੈਰਾ ਵੀ ਆ, ਸੋ ਜਿਹੜੇ ਉਹਨਾਂ ਦੇ ਇਮੀਡੀਏਟ ਫੈਮਿਲੀ ਮੈਂਬਰ ਆ, ਉਹ ਅਗਰ ਉਹ ਰੀਜਨਾਈਟ ਨਹੀਂ ਹੁੰਦੇ, ਇਕੱਠੇ ਨਹੀਂ ਹੁੰਦੇ, ਤੇ ਉਹ ਹੋਰ ਜ਼ਿਆਦਾ ਸਟ੍ਰੈਸ ਲੈਵਲ ਜਿਹੜਾ ਉਹ ਵੱਧਦਾ ਜਾ ਰਿਹਾ। ਬਿਲਕੁਲ। ਸੋ ਉਹਨੂੰ ਮੱਦੇਨਜ਼ਰ ਰੱਖ ਕੇ ਹਾਲ 'ਚ ਅਨਾਉਂਸਮੈਂਟ ਹੋਈ ਸੀਗੀ, ਐਂਡ ਉਹਨਾਂ ਨੇ ਇੱਕ ਟਾਰਗੇਟ ਰੱਖਿਆ ਕਿ ਵੀ ਵਿਦਿਨ ਨੈਕਸਟ 4 ਮੰਥ ਤੱਕ ਅਸੀਂ ਪਰ ਮੰਥ 5 to 6,000 ਐਪਲੀਕੇਸ਼ਨ ਜਿਹੜੀਆਂ ਪ੍ਰੋਸੈਸ ਕਰਕੇ ਜਿੰਨਾ ਬੈਕਲੌਗ ਹੈ ਉਹਨੂੰ ਕਲੀਅਰ ਕਰਨਾ ਜੀ। ਬਹੁਤ ਵੱਡੀ ਇਹ ਰਾਹਤ ਹੋਵੇਗੀ ਜੀ, ਜਿਹੜੇ ਸਾਡੇ ਨੌਜਵਾਨ ਇੰਡੀਆ ਦੇ ਵਿੱਚ ਵਿਆਹ ਕਰਕੇ ਆਏ ਨੇ ਤੇ ਆਪਣੇ ਸਪਾਊਸਿਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਜਸਮਨਜੀਤ ਜੀ, ਕਿਉਂਕਿ ਇਹ ਇੱਕ ਜ਼ਿੰਦਗੀ ਦਾ ਇਹੋ ਜਿਹਾ
ਤੁਸੀਂ ਕਹਿ ਲਓ ਕਿ ਮਾਈਲਸਟੋਨ ਹੁੰਦਾ, ਔਰ ਇੱਕ ਸਮਾਂ ਵੀ ਇਦਾਂ ਦਾ ਹੁੰਦਾ ਕਿ ਵੀ ਜਦੋਂ ਵਿਆਹ ਹੋ ਜਾਂਦਾ ਤੇ ਉਦੋਂ ਕਹਿੰਦੇ ਨੇ ਵੀ ਇਕੱਠੇ ਰਹੀਏ ਸਾਰੇ, ਹੈ ਨਾ, ਤੇ ਉੱਤੋਂ ਜੀ ਮਹੀਨਾ ਵੀ ਜਿਹੜਾ ਪੋਹ ਦਾ ਆਉਣ ਵਾਲਾ ਆ। ਠੀਕ ਹੈ ਜੀ, ਠੀਕ ਹੈ। ਸੋ ਠੰਡ ਆ ਗਈ ਆ। ਬਿਲਕੁਲ। ਸੋ ਡੈਫੀਨੇਟਲੀ ਇਹ ਬਹੁਤ ਵਧੀਆ ਉਪਰਾਲਾ ਜੀ IRCC ਦਾ ਜੀ। ਕਵਲਜੀਤ ਭਾਜੀ, ਇਮੀਗ੍ਰੇਸ਼ਨ ਵਾਕਈ ਕਿਹੋ ਜਿਹਾ ਸਬਜੈਕਟ ਆ ਕਿ ਇਹਦੇ ਉੱਪਰ ਜਿੰਨੀ ਮਰਜ਼ੀ ਗੱਲਬਾਤ ਕਰ ਲਈਏ ਥੋੜ੍ਹੀ ਆ। ਅਪਡੇਟਸ ਨਵੀਆਂ ਹੋਰ ਵੀ ਨੇ ਜਿਨ੍ਹਾਂ ਬਾਰੇ ਗੱਲਬਾਤ ਅਸੀਂ ਕਰਨਾ ਚਾਹੁੰਦੇ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆ ਸਾਨੂੰ ਇਹ ਸ਼ੋਅ ਜਿਹੜਾ ਹੈ ਇੱਥੇ ਹੀ ਨਿਬੇੜਨਾ ਪਵੇਗਾ। ਸ਼ੋਅ ਖਤਮ ਕਰਨ ਤੋਂ ਪਹਿਲਾਂ ਇੱਕ ਵਾਰ ਸਾਡੇ ਦਰਸ਼ਕਾਂ ਤੱਕ ਆਪਣਾ ਫੋਨ ਨੰਬਰ, ਕੰਟੈਕਟ ਇਨਫੋਰਮੇਸ਼ਨ ਜ਼ਰੂਰ ਪਹੁੰਚ ਕਰੋ ਜੀ। ਧੰਨਵਾਦ ਜੀ। ਮੇਰਾ ਨਾਮ ਕਵਲਜੀਤ ਸਿੰਘ ਐਂਡ ਮੈਂ ICCRC ਮੈਂਬਰ ਹਾਂ ਜੀ। ਸੋ ਮੇਰੀ ਕੰਪਨੀ ਦਾ ਨਾਮ ਕੈਰੀਅਰ ਪਲੱਸ ਇਮੀਗ੍ਰੇਸ਼ਨ ਕੰਸਲਟੈਂਟ ਇੰਕਸ। ਕਦੀ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸਾਨੂੰ ਕਾਲ ਕਰ ਸਕਦੇ ਹੋ 7807098600 780 709 8600। ਧੰਨਵਾਦ ਜੀ ਭਾਜੀ, ਤੁਸੀਂ ਸਾਡੇ ਸਟੂਡੀਓ ਆਏ, ਸਾਡੇ ਦਰਸ਼ਕਾਂ ਤੱਕ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਸਰਦਾਰ ਕਵਲਜੀਤ ਸਿੰਘ ਜੀ, ਜਿਹੜੇ ਕਿ ਕੈਰੀਅਰ ਪਲੱਸ ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਹਨ, ਔਰ ਅੱਜ ਅਸੀਂ ਇਮੀਗ੍ਰੇਸ਼ਨ ਦੇ ਵੱਖ-ਵੱਖ ਮੁੱਦਿਆਂ ਉੱਪਰ ਗੱਲਬਾਤ ਕੀਤੀ। ਅਸੀਂ ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਵੇਗੀ ਔਰ ਤੁਸੀਂ ਸਾਨੂੰ ਸੁਝਾਅ ਦਿੰਦੇ ਰਹਿਣਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਬੁਲਾ ਕੇ ਤੁਹਾਡੇ ਨਾਲ ਵੱਖ-ਵੱਖ ਮੁੱਦਿਆਂ ਉੱਪਰ ਗੱਲਬਾਤ ਕਰਦੇ ਰਹੀਏ। ਤੁਸੀਂ ਜੁੜੇ ਰਹਿਣਾ ਜੀ ਟੈਲੀਵਿਜ਼ਨ ਪੰਜਾਬੀ ਨੈਸ਼ਨਲ ਦੇ ਨਾਲ, ਔਰ ਮਨਜੀਤ ਸਿੰਘ ਫੇਰੂਮਾਨ ਨੂੰ ਇੱਥੇ ਹੀ ਇਜਾਜ਼ਤ ਦਿਓ। ਧੰਨਵਾਦ।